ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਮੈਂ ਆਪਣੀਆਂ ਵੀਡੀਓ ਰਾਹੀਂ ਤੁਹਾਨੂੰ ਆਪਣੇ ਇਤਿਹਾਸਕਾਰਾਂ ਦੇ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰ ਰਿਹਾ। ਇੱਕ ਉੱਘੇ ਵਿਦਵਾਨ ਗਿਆਨੀ ਦਿੱਤ ਸਿੰਘ ਜੀ, ਜਿਨ੍ਹਾਂ ਨੇ ਉਸ ਸਮੇਂ ਸਿੱਖ ਪੰਥ ਲਈ ਇਤਿਹਾਸਕ ਰਚਨਾ ਜੋ ਧਰਮ ਸ਼ਾਸਤਰ ਸਿੱਖ ਧਰਮ ਬਾਰੇ ਆਪਣੀਆਂ ਰਚਨਾਵਾਂ ਲਿਖੀਆਂ ਹਨ। ਜਦੋਂ ਕਿ ਸਿੱਖ ਧਰਮ ਦੇ ਉੱਤੇ ਬਹੁਤ ਜ਼ਿਆਦਾ ਪ੍ਰਭਾਵ ਜਿਹੜਾ ਵਿਪਰਵਾਦੀਆਂ ਦਾ ਪੈ ਚੁੱਕਾ ਸੀ ਔਰ ਗੁਰਦੁਆਰਿਆਂ ਦੇ ਵਿੱਚ ਰੀਤਾਂ ਕੁਰੀਤੀਆਂ ਅਨੇਕਾਂ ਪ੍ਰਕਾਰ ਦੀਆਂ ਜਿਹੜੀਆਂ ਘਟਨਾਵਾਂ ਹੋ ਰਹੀਆਂ ਸਨ, ਉਸ ਵੇਲੇ ਉਹਨਾਂ ਨੇ ਬੜੀ ਦਲੇਰੀ ਨਾਲ ਸਿੱਖ ਪੰਥ ਦੇ ਇਤਿਹਾਸ ਤੇ ਗੁਰੂ ਸਾਹਿਬਾਨਾਂ ਦੇ ਕੀਤੇ ਹੋਏ ਉਪਕਾਰ, ਗੁਰੂ ਸਾਹਿਬਾਨਾਂ ਦੀ ਰਚੀ ਹੋਈ ਬਾਣੀ ਨੂੰ ਬੜੇ ਸਰਲ ਤਰੀਕੇ ਨਾਲ ਸੰਗਤ ਵਿੱਚ ਰੱਖ ਕੇ ਸੰਗਤ ਨੂੰ ਗੁਰੂ ਘਰ ਨਾਲ ਜੋੜਨ ਲਈ ਜੋ ਬੜੇ ਬੜੇ ਉਪਰਾਲੇ ਕੀਤੇ, ਉਹਨਾਂ ਦੀ ਜਾਣਕਾਰੀ ਦੇਣੀ ਬਹੁਤ ਜ਼ਰੂਰੀ ਹੈ। ਉਹਨਾਂ ਦਾ ਜਨਮ 1852 ਈਸਵੀ ਵਿੱਚ ਹੋਇਆ ਔਰ ਉਹਨਾਂ ਨੇ ਜਿਹੜੀ ਵਿਦਿਆ ਆ ਉਹ ਜ਼ਰੂਰ ਨਿਰਮੋਲਿਆਂ ਸਾਧੂਆਂ ਕੋਲੋਂ, ਡੇਰਿਆਂ ਤੋਂ ਪ੍ਰਾਪਤ ਕੀਤੀ। ਸੰਸਕ੍ਰਿਤ ਦੀ ਭਾਸ਼ਾ ਸਿੱਖੀ, ਬਹੁਤ ਕੁਛ ਉਹਨਾਂ ਨੇ ਸਿੱਖਿਆ ਗ੍ਰਹਿਣ ਕਰਕੇ ਲਾਹੌਰ ਦੇ ਵਿੱਚ ਜਦੋਂ ਪਹਿਲਾ ਕਾਲਜ ਯੂਨੀਵਰਸਿਟੀ ਥਾਪੀ ਗਈ ਪੰਜਾਬੀ ਗੁਰਮੁਖੀ ਪੜ੍ਹਨ ਲਈ, ਉੱਥੇ ਉਹਨਾਂ ਨੇ ਦਾਖਲਾ ਲੈ ਕੇ 1 ਸਾਲ ਦਾ ਕੋਰਸ ਕਰਕੇ ਗਿਆਨੀ ਜੀ ਦਾ, ਅਤੇ ਉਸ ਕੋਰਸ ਵਿੱਚ ਪੰਜਾਬੀ ਵਿੱਚੋਂ ਫਸਟ ਆਏ ਅਤੇ ਉੱਥੇ ਹੀ ਉਹ ਪ੍ਰੋਫੈਸਰ ਲੱਗੇ। ਅਤੇ ਉਹਨਾਂ ਨੇ ਆਪਣੀਆਂ ਰਚਨਾਵਾਂ ਜਿਹੜੀਆਂ ਸਿੱਖ ਕੌਮ ਨੂੰ ਦਿੱਤੀਆਂ, ਬੜੀਆਂ ਨਿਡਰਤਾ ਅਤੇ ਦਲੇਰੀ ਨਾਲ ਉਹਨਾਂ ਨੇ ਵਿਪਰਵਾਦ ਨੂੰ, ਜੋ ਉਸ ਵੇਲੇ ਉਹਨਾਂ ਨੇ ਮਹਿਸੂਸ ਕੀਤਾ, ਉਹਨਾਂ ਨੂੰ ਕਲਮਬੰਦ ਕਰਕੇ ਸਿੱਖਾਂ ਦੇ ਵਿੱਚ ਸੁਚੇਤਤਾ ਲਿਆਉਣ ਲਈ ਆਪਣਾ ਯੋਗਦਾਨ ਪਾਇਆ। ਉਹਨਾਂ ਨੇ ਸਿੱਖ ਕੌਮ ਦੇ ਵਿੱਚ ਇੱਕ ਦੁਬਾਰਾ ਪੁਨਰ ਜਾਗਤੀ ਦੀ ਲਹਿਰ ਦਾ ਜੋ ਆਗਾਜ਼ ਕੀਤਾ, ਉਹਨਾਂ ਦੀਆਂ ਰਚਨਾਵਾਂ ਵਿੱਚੋਂ ਇਹ ਪ੍ਰਤੀਬਿੰਬ ਮਹਿਸੂਸ ਹੁੰਦਾ ਹੈ। ਬੜੀ ਨਿਡਰਤਾ ਦੇ ਨਾਲ ਉਹਨਾਂ ਨੇ ਜੋ ਪੁਸਤਕਾਂ ਲਿਖੀਆਂ, ਉਹਨਾਂ ਦੇ ਨਾਮ ਵੀ ਉਹਨਾਂ ਨੇ ਨਕਲੀ ਸਿੱਖ ਪ੍ਰਬੋਧ, ਗੁਰਮਤਿ ਆਰਤੀ ਪ੍ਰਬੋਧ, ਧਰਮ ਦਰਪਣ, ਡਰਪੋਕ ਸਿੰਘ, ਦਲੇਰ ਸਿੰਘ। ਆਪਣੇ ਸਮੇਂ ਵਿੱਚ ਉਹਨਾਂ ਨੇ ਅਨੇਕਾਂ ਦੁਰਗਾ ਪ੍ਰਬੋਧ, ਅਨੇਕਾਂ ਚਰਚਿਤ ਜਿਹੜੀਆਂ ਰਚਨਾਵਾਂ ਉਹਨਾਂ ਨੇ ਰਚੀਆਂ ਅਤੇ ਸਿੱਖ ਕੌਮ ਨੂੰ ਇੱਕ ਨਵੇਂ ਰਸਤੇ ਵੱਲ ਪ੍ਰੇਰਿਆ, ਜੋ ਕਿ ਵਿਪਰਵਾਦ ਦੀ ਛਾਇਆ ਵਿੱਚ ਜਾ ਚੁੱਕੇ ਸਨ। ਉਹਨਾਂ ਦੀਆਂ ਲਿਖਤਾਂ ਵਿੱਚੋਂ ਜਿਸ ਤਰ੍ਹਾਂ ਝਾਕਦਾ ਹੈ, ਉਹਨਾਂ ਨੇ ਲਿਖਿਆ, ਮੇਰੇ ਪਿਆਰੇ ਪਾਠਕੋ, ਜੋ ਕੁਛ ਮੈਂ ਇਸ ਪੋਥੀ ਵਿੱਚ ਲਿਖਿਆ ਹੈ, ਇਹ ਨਕਲੀ ਸਿੱਖ ਪ੍ਰਬੋਧ ਵਿੱਚ ਲਿਖ ਰਹੇ ਹਨ ਉਹ, ਕਿ ਮੇਰੇ ਪਿਆਰੇ ਪਾਠਕੋ, ਜੋ ਕੁਛ ਮੈਂ ਇਸ ਪੋਥੀ ਵਿੱਚ ਲਿਖਿਆ ਹੈ,
ਸੋ ਕੋਈ ਕਿੱਸਾ ਕਹਾਣੀ ਨਹੀਂ ਜਾਂ ਕਿਸੇ ਤਰ੍ਹਾਂ ਦਾ ਦਿਲ ਦੇ ਪਰਚਾਵੇ ਦੀ ਕਥਾ ਨਹੀਂ ਹੈ, ਪਰੰਤੂ ਇਸ ਵਿੱਚ ਉਹਨਾਂ ਅਕਿਰਤ ਕਾਣ ਪੁਰਸ਼ਾਂ ਦਾ ਵਰਣਨ ਹੈ ਜਿਨ੍ਹਾਂ ਨੇ ਆਪਣੇ ਦਸਮ ਗੁਰੂ ਜੀ ਦੇ ਵੱਡੇ ਵੱਡੇ ਉਪਕਾਰਾਂ ਨੂੰ ਭੁਲਾ ਦਿੱਤਾ ਹੈ, ਜੋ ਉਹਨਾਂ ਨੇ ਆਪਣੇ ਘਰ, ਧਨ, ਮਾਲ, ਪਿਆਰੇ ਪੁੱਤਰਾਂ ਅਤੇ ਸਰੀਰ ਨੂੰ ਵੀ ਇਹਨਾਂ ਪਰ ਕੁਰਬਾਨ ਕਰਕੇ ਕੀਤੇ ਸੀ। ਅਤੇ ਉਸ ਦਾ ਬਦਲਾ ਅੱਜ ਕੱਲ੍ਹ ਦੇ ਸਿੱਖ ਇਹ ਦਿੰਦੇ ਹਨ ਕਿ ਉਹਨਾਂ ਦੇ ਅਸਲੀ ਧਾਰਮਿਕ ਉਪਦੇਸ਼ਾਂ ਦੀ ਨਕਲ ਕਰਦੇ ਹਨ। ਇਸੀ ਵਾਸਤੇ ਇਸ ਪੋਥੀ ਦਾ ਨਾਮ ਨਕਲੀ ਸਿੱਖ ਪ੍ਰਬੋਧ ਰੱਖਿਆ ਹੈ, ਅਰਥਾਤ ਨਕਲੀ ਸਿੱਖਾਂ ਪ੍ਰਤੀ ਉਪਦੇਸ਼। ਨਕਲੀ ਸਿੱਖਾਂ ਨੂੰ ਜੋ ਉਹਨਾਂ ਨੇ ਉਪਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ, ਉਹਨਾਂ ਨੇ ਆਪਣੀ ਬੁੱਕ ਦਾ ਨਾਂ ਹੀ ਨਕਲੀ ਸਿੱਖ ਪ੍ਰਬੋਧ ਪੋਥੀ ਕਰਕੇ ਪੁਕਾਰਿਆ ਇਹਨੂੰ। ਹੁਣ ਉਹ ਲਿਖ ਰਹੇ ਹਨ ਕਿ ਉਹਨਾਂ ਨੇ ਮੁਸਲਮਾਨਾਂ ਬਾਰੇ ਵੀ, ਹਿੰਦੂਆਂ ਬਾਰੇ ਵੀ ਲਿਖਿਆ। ਇਸ ਪੁਸਤਕ ਦੇ ਵਿੱਚ ਉਹਨਾਂ ਨੇ ਪਹਿਲਾਂ ਹਿੰਦੂ ਧਰਮ ਦਾ ਹਾਲ ਦੱਸਿਆ ਅਤੇ ਉਹਨਾਂ ਦਾ ਇਤਿਹਾਸ ਵਰਣਨ ਕਰਕੇ ਰਾਮ ਚੰਦਰ ਕ੍ਰਿਸ਼ਨ ਜੀ ਧਰਮ ਗ੍ਰੰਥਾਂ ਦਾ ਹਵਾਲਾ ਦੇ ਕੇ ਟਿੱਪਣੀ ਕੀਤੀ ਹੈ ਕਿ ਹਿੰਦੂ ਲੋਕ ਪਰਉਪਕਾਰੀ ਪੁਰਖ ਦਾ ਅਜਿਹਾ ਕਦਰ ਕਰਦੇ ਹਨ ਜੋ ਉਸਦੇ ਔਗੁਣਾਂ ਨੂੰ ਵੀ ਗੁਣ ਰੂਪ ਦੇਖਦੇ ਹਨ। ਭਾਵੇਂ ਕ੍ਰਿਸ਼ਨ ਜੀ, ਭਾਵੇਂ ਰਾਮ ਚੰਦਰ ਜੀ, ਉਹਨਾਂ ਨੇ ਜੋ ਕਰਮ ਕੀਤੇ ਉਹਨਾਂ ਨੇ ਕੋਈ ਲੋਕ ਭਲਾਈ ਵਾਸਤੇ ਨਹੀਂ ਸਨ, ਆਪਣੇ ਪਰਿਵਾਰਾਂ ਲਈ ਸਨ, ਪਰ ਫਿਰ ਵੀ ਉਹਨਾਂ ਦੇ ਅਨੁਯਾਈ ਉਹਨਾਂ ਦੇ ਔਗੁਣਾਂ ਨੂੰ ਨਾ ਵੀ ਅੱਖੋਂ ਪਰੋਖੇ ਕਰਦੇ ਹੋਏ ਉਹਨਾਂ ਨੂੰ ਇੱਕ ਗੁਣ ਦੇ ਰੂਪ ਦੇਖਦੇ ਹਨ। ਆਪਣੇ ਧਰਮ ਨੂੰ, ਆਪਣੇ ਪੈਰੋਕਾਰਾਂ ਨੂੰ ਉਹ ਕਿੰਨਾ ਉੱਚਾ ਦੱਸਦੇ ਹਨ। ਇਸ ਨਾਲ ਲਈ ਉਹ ਕਹਿ ਰਹੇ ਹਨ ਕਿ ਹਿੰਦੂ ਧੰਨਵਾਦ ਦੇ ਯੋਗ ਹਨ। ਫਿਰ ਉਹ ਅੱਗੇ ਮੁਸਲਮਾਨਾਂ ਬਾਰੇ ਦੱਸਦੇ ਹਨ ਕਿ ਮੁਸਲਮਾਨਾਂ ਸੰਬੰਧੀ ਜ਼ਿਕਰ ਹੈ ਕਿ ਇਸਲਾਮ ਦੀ ਕ੍ਰਿਤੱਗਤਾ ਦਾ ਚਿੰਨ੍ਹ ਹੈ ਜੋ ਆਪਣਿਆਂ ਵੱਡਿਆਂ ਦੇ ਉਪਕਾਰ ਜਾਂ ਸਾਕੇ ਨੂੰ, ਭਾਵੇਂ ਉਹ ਕਿਸੇ ਪ੍ਰਕਾਰ ਦੇ ਕਿਉਂ ਨਾ ਹੋਣ, ਦਿਲੋਂ ਨਹੀਂ ਭੁਲਾਉਂਦੇ। ਇਸੇ ਤਰ੍ਹਾਂ ਈਸਾਈ ਮਤ ਦਾ ਹਾਲ। ਕੇਵਲ ਇਹੋ ਉਪਦੇਸ਼ ਜਾਂ ਨਸੀਹਤ ਸਾਨੂੰ ਈਸਾਈ ਕੌਮ ਤੋਂ ਮਿਲਦੀ ਹੈ ਕਿ ਉਹ ਕੌਮ ਅਕਿਰਤ ਘਣ ਨਹੀਂ ਹੈ, ਕਿੰਤੂ ਕ੍ਰਿਤੱਗ ਹੈ। ਇਸ ਵਾਸਤੇ ਇਹਨਾਂ ਦੇ ਗਿਰਜਿਆਂ ਪਰ ਹਰ ਜਗ੍ਹਾ ਸੂਲੀ ਦਾ ਨਿਸ਼ਾਨ ਹੁੰਦਾ ਹੈ। ਕਿਤਨਿਆਂ ਦੀ ਟੋਪੀ, ਕੋਟ, ਘੜੀ ਦੀ ਜੰਜੀਰ ਆਦਿਕਾਂ ਪਰ ਵੀ ਇਸ ਦੀ ਨਿਸ਼ਾਨੀ ਪਾਈ ਜਾਂਦੀ ਹੈ। ਹੁਣ ਅੱਗੋਂ ਸਿੱਖਾਂ ਦਾ ਹਾਲ ਦੱਸਦੇ ਆ। ਸਿੱਖ ਪੰਥ ਦਾ ਹਾਲ ਹੁਣ ਸੁਣੋ ਜਰਾ ਮਨ ਲਾਏ, ਆਪਣੇ 10 ਗੁਰ ਪਰ ਹੈ ਨਿਸ਼ਚਾ ਇਨ ਕਿਸ ਭਾਏ। ਉਹਨਾਂ ਨੂੰ ਕਿਸ ਤਰ੍ਹਾਂ ਆਪਣੇ 10 ਗੁਰੂਆਂ 'ਤੇ ਨਿਸ਼ਚਾ। ਇੱਥੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਗੁਰੂ ਸਾਹਿਬਾਂ ਦੇ ਉਪਕਾਰਾਂ ਦਾ ਵਰਣਨ ਹੈ। ਅਨੇਕਾਂ ਵਿਸ਼ਿਆਂ ਨੂੰ ਗੁਰਬਾਣੀ ਦੇ ਹਵਾਲੇ ਦੇ ਕੇ ਸਮਝਾਇਆ ਹੈ। ਵਿਸ਼ੇਸ਼ ਤੌਰ 'ਤੇ ਤੀਜੀ ਪਾਤਸ਼ਾਹੀ ਵੱਲੋਂ ਰਾਮਗਲੀ ਸੱਧ ਦੀ ਵਿਆਖਿਆ, ਹਿੰਦੂ ਧਰਮ ਦੀਆਂ ਮ੍ਰਿਤਕ ਰਸਮਾਂ ਦਾ ਖੰਡਨ, ਚੌਥੇ ਪਾਤਸ਼ਾਹ ਦੇ ਇਤਿਹਾਸ 'ਚ ਲਾਵਾਂ ਦਾ ਪ੍ਰਸੰਗ, ਪੰਚਮ ਪਾਤਸ਼ਾਹ ਜੀ ਵੱਲੋਂ ਆਦਿ ਗ੍ਰੰਥ ਦੀ ਸੰਪਾਦਨਾ, ਦਸਮ ਗੁਰੂ ਪ੍ਰਸੰਗ 'ਚ 5 ਕਕਾਰਾਂ ਦੀ ਮਹੱਤਤਾ, ਬਚਿੱਤਰ ਨਾਟਕ ਦੇ ਭਾਵ ਅਰਥ ਸ੍ਰੀ ਦਸਮ ਗ੍ਰੰਥ ਦੇ ਹਵਾਲੇ ਦੇ ਕੇ ਸਿੱਖ ਫਿਲਾਸਫੀ ਨੂੰ ਸਮਝਾਇਆ ਹੈ। ਅੱਗੇ ਅਸਲੀ ਅਤੇ ਨਕਲੀ ਸਿੱਖ ਦੇ ਪ੍ਰਸ਼ਨ ਉੱਤਰ ਹਨ, ਜਿਸ ਵਿੱਚ ਜਾਤ ਪਾਤ ਦੀ ਜਾਇਜ਼ ਕਰਾਰੀ ਉੱਪਰ ਕਰਾਰੀ ਸੱਟ ਮਾਰੀ ਗਈ ਹੈ। ਉਹ ਜਾਤਾਂ ਪਾਤਾਂ ਵਾਸਤੇ ਕੀ ਕਹਿ ਰਹੇ ਹਨ। ਕੌਣ ਸਿੱਖ ਹੁੰਦੇ ਹੋ ਭਾਈ, ਮੈਂ ਅਰੋੜਾ ਇਹ ਹੈ ਨਾਈ। ਤੇਰੀ ਸਿੰਘਾ ਕੀ ਹੈ ਜਾਤ, ਨਾਮਾ ਬੰਸੀ ਸ਼ੀਂਬਾ ਭਰਾਤ। ਅੱਗੇ ਜਾਤ ਪਾਤ ਤੋਂ ਮੁਕਤ ਹੋਣ ਦਾ ਵੇਰਵਾ ਅਤੇ ਸਮਕਾਲੀ ਹਾਲਾਤਾਂ ਦਾ ਵਰਣਨ ਹੈ। ਸਿੱਖ ਪੰਥ ਦੀ ਮਾਨਸਿਕਤਾ
ਤੇ ਦੁਬਤਾ ਉੱਪਰ ਉਹ ਵਿਅੰਗ ਕੱਸ ਰਹੇ ਹਨ। ਹਾਸੀ ਵਾਲੀ ਗੱਲ ਇੱਕ, ਸੁਨੋ ਮੀਤ ਮਨ ਲਾਏ, ਪੰਥ ਖਾਲਸਾ ਖਲਕ ਮੈਂ ਭੰਬਲ ਭੂਸੇ ਖਾਏ। 19ਵੀਂ ਸਦੀ ਦੇ ਅੰਤਲੇ ਸਮਿਆਂ ਗੁਰਦੁਆਰਿਆਂ ਦੇ ਪੁਜਾਰੀਆਂ ਦਾ ਹਵਾਲਾ ਵੀ ਹੈ, ਜੋ ਅੰਮ੍ਰਿਤ ਛਕਾ ਕੇ ਇਸ ਦੇ ਇਵਜ਼ ਵਿੱਚ 5.25 ਆਨੇ ਲੈਂਦੇ ਸਨ। ਜਦੋਂ ਅੰਮ੍ਰਿਤ ਛਕਾਉਂਦੇ ਸਨ ਤਾਂ ਉਸਦੀ ਕੀਮਤ 5.25 ਆਨੇ ਲੈਂਦੇ ਸਨ। ਫਿਰ ਨਕਲੀ ਸਿੱਖ ਦੀ ਤਸਵੀਰ ਪੇਸ਼ ਕਰਦਿਆਂ ਉਹਨਾਂ ਨੇ ਸੂਤਕ ਪਾਤਕ, ਵਹਿਮ, ਸੀਤਲਾ ਦੀ ਪੂਜਾ, ਕਸਰ ਖੇਡ, ਲਾਲਾਂ ਵਾਲੇ ਪੀਰ, ਸ਼ੇਖਾਂ ਦੀ ਮੰਨਤਾ, ਗੁੱਗਾ ਪੀਰ ਦੀ ਪੂਜਾ, ਇਹਨਾਂ ਸਭ ਤੋਂ ਵਰਜ ਕੇ ਸੱਪ ਦੇ ਕੱਟੇ ਦਾ ਇਲਾਜ ਵੀ ਦਿੱਤਾ। ਮ੍ਰਿਤਕ ਪ੍ਰਤੀ ਭਰਮ, ਦੀਵਾ, ਪੱਟੀ, ਕਪਾਲ ਕਿਰਿਆ ਵਰਗੇ ਅਨੇਕਾਂ ਕਰਮਾਂ ਕਾਂਡਾਂ ਦਾ ਵੇਰਵਾ ਉਹਨਾਂ ਨੇ ਆਪਣੀਆਂ ਰਚਨਾਵਾਂ ਵਿੱਚ ਦਿੱਤੇ ਹਨ। ਸਰਾਧ ਕੀ ਸਿੱਖ ਹਿੰਦੂਆਂ ਦਾ ਹਿੱਸਾ ਹਨ। ਸਰਾਧਾਂ ਬਾਰੇ ਵੀ ਅਤੇ ਕੀ ਸਿੱਖ ਹਿੰਦੂਆਂ ਦਾ ਹਿੱਸਾ ਹਨ। ਕਬਰਾਂ, ਮੜੀਆਂ, ਪੀਰਖਾਨਿਆਂ ਦੀ ਮੰਨਤਾਦ ਫੋਕਟ ਵਿਚਾਰਾਂ ਦਾ ਗੁਰਬਾਣੀ ਰਾਹੀਂ ਖੰਡਨ ਕਰਕੇ ਗੁਰਬਾਣੀ ਲੜ ਲੱਗਣ ਦੀ ਪ੍ਰੇਰਨਾ ਦਿੱਤੀ। ਉਸ ਟਾਈਮ ਉਹਨਾਂ ਨੇ ਆਪਣੀਆਂ ਰਚਨਾਵਾਂ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਨੂੰ ਖੰਡਨ ਕਰਕੇ ਗੁਰਬਾਣੀ ਦੇ ਲੜ ਲੱਗਣ ਲਈ ਜੋ ਇਤਿਹਾਸ ਰਚੇ ਅਤੇ ਉਪਰਾਲੇ ਕੀਤੇ ਆਪਣੇ ਜੀਵਨ ਵਿੱਚ। ਪੰਥ ਗ੍ਰੰਥ ਗੁਰੂ ਦਸਵੇਂ ਉਪਦੇਸ਼ਨ ਜੋ ਕਮਾਵਹਿੰਗੇ, ਚਾਰ ਪਦਾਰਥ ਲੋਕ ਵਿਖੇ ਬਿਨ ਮੰਗੈ ਤੇ ਜਨ ਪਾਵਹਿੰਗੇ। ਜੋ ਗੁਰ ਮਾਰਗ ਤਿਆਗ ਪਛੂ, ਆਪਣੀ ਮਨ ਮਤ ਕਮਾਵਹਿੰਗੇ। ਦਿਤ ਹਰੀ ਹਰਿ ਕੈ ਜਗ ਲੋਕ, ਸਦਾ ਦੁਖ ਮੈਂ ਕੁਰਲਾਵਹਿੰਗੇ। ਉਹ ਕਹਿ ਰਿਹਾ ਪੰਥ ਗ੍ਰੰਥ ਗੁਰੂ ਦਸਵੇਂ ਉਪਦੇਸ਼ਨ ਜੋਏ ਕਮਾਵਹਿੰਗੇ। ਜੋ ਉਪਦੇਸ਼ ਉਹਨਾਂ ਦੇ ਕਮਾ ਲੈਣਗੇ। ਚਾਰ ਪਦਾਰਥ ਲੋਕ ਵਿਖੇ ਬਿਨ ਮੰਗੇ ਤੇ ਜਨ ਪਾਵਹਿੰਗੇ। ਹਰ ਇੱਕ ਚੀਜ਼ ਦੀ ਉਹਨਾਂ ਨੂੰ ਪ੍ਰਾਪਤੀ ਹੋ, ਕਿਸੇ ਚੀਜ਼ ਦੀ ਘਾਟ ਨਹੀਂ ਰਹੇਗੀ। ਜੋ ਗੁਰ ਮਾਰਗ ਤਿਆਗ ਪਛੂ, ਆਪਣੀ ਮਨ ਮਤ ਕਮਾਵਹਿੰਗੇ। ਜੋ ਗੁਰੂ ਦਾ ਮਾਰਗ ਛੱਡ ਕੇ ਪਸ਼ੂਆਂ ਦੀ ਨਿਆਈ ਆਪਣੀ ਮਨ ਮਤ ਕਮਾਉਣਗੇ। ਦਿਤ ਹਰੀ ਹਰਿ ਕੈ ਜਗ ਲੋਕ, ਸਦਾ ਦੁਖ ਮੈਂ ਕੁਰਲਾਵਹਿੰਗੇ। ਉਹ ਸਦਾ ਇਸ ਦੁਨੀਆ ਵਿੱਚ ਦੁੱਖ ਪਾਉਣਗੇ ਅਤੇ ਕੁਰਲਾਉਂਦੇ ਰਹਿਣਗੇ। ਨਕਲੀ ਸਿੱਖ ਪ੍ਰਬੋਧ ਦੇ ਵਿੱਚ ਜੋ ਗਿਆਨੀ ਦਿੱਤ ਸਿੰਘ ਜੀ ਹੁਣਾਂ ਨੇ ਸਿੱਖਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਔਰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਉਹਨਾਂ ਦਾ ਮਤਲਬ ਕਿ ਹਿੰਦੂ, ਮੁਸਲਮਾਨ, ਈਸਾਈ ਧਰਮ ਦੇ ਲੋਕ ਆਪੋ ਆਪਣੇ ਧਰਮ 'ਤੇ ਕਿੰਨੇ ਦ੍ਰਿੜ ਵਿਸ਼ਵਾਸ ਰੱਖਦੇ ਹਨ, ਉਹਨਾਂ ਦਾ ਵਰਣਨ ਉਹਨਾਂ ਨੇ ਕੀਤਾ ਹੈ। ਪਰ ਜੋ ਸਿੱਖ ਆ, ਉਸ ਵੇਲੇ ਦੇ ਸਿੱਖ ਸਨ ਜੋ ਆਪਣੇ ਧਰਮ ਨੂੰ ਕਿੰਨਾ ਕੁ ਅਪਣਾ ਰਹੇ ਸਨ, ਉਹਨਾਂ ਬਾਰੇ ਵੀ ਉਹਨਾਂ ਨੇ ਇਸ ਪੁਸਤਕ ਵਿੱਚ ਲਿਖਿਆ। ਅਤੇ ਉਹਨਾਂ ਨੇ ਇਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇ ਤੁਸੀਂ ਅਸਲੀ ਸਿੱਖ ਬਣਨਾ ਅਤੇ ਅੰਮ੍ਰਿਤ ਛਕ ਕੇ ਸਿੱਖ ਸੱਜਣ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਅਤੇ ਗੁਰਬਾਣੀ ਉੱਪਰ ਭਰੋਸਾ ਕਰਨ ਦੀ ਵਾਰ-ਵਾਰ ਪ੍ਰੇਰਨਾ ਉਹ ਇਹਨਾਂ ਪੁਸਤਕਾਂ ਵਿੱਚ ਦੇ ਰਹੇ ਹਨ। ਗੁਰੂ ਪਿਆਰੀ ਸਾਧ ਸੰਗਤ ਜੀਓ, ਇਸ ਪੁਸਤਕ ਦੇ ਵਿੱਚ ਉਹਨਾਂ ਨੇ ਹਿੰਦੂ ਧਰਮ ਬਾਰੇ ਵੀ, ਮੁਸਲਮਾਨਾਂ ਦੇ ਧਰਮ ਬਾਰੇ, ਈਸਾਈਆਂ ਦੇ ਧਰਮ ਬਾਰੇ ਜੋ ਸੱਚਾਈ ਆ, ਜੋ ਵਾਪਰਿਆ ਉਹਨਾਂ ਦੇ ਪੀਰ ਪੈਗੰਬਰਾਂ ਨਾਲ ਵਾਪਰਿਆ, ਉਹ ਲਿਖ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਨੇ ਲੁਕਾਈ ਵਾਸਤੇ ਨਹੀਂ, ਆਪਣੀਆਂ ਪਰਿਵਾਰਾਂ ਵਾਸਤੇ ਜੋ ਕੁਛ ਆ ਉਹਨਾਂ ਨੇ ਆਪਣੇ ਆਪ ਲਈ ਇਹ ਸਾਰਾ ਕੁਛ ਆਪਣੇ 'ਤੇ, ਜੇ ਉਹਨਾਂ ਨੇ ਦੁੱਖ ਵੀ ਸਹਿਆ ਜਾਂ ਜੋ ਵੀ ਕੀਤਾ, ਜੰਗਾਂ ਲੜੀਆਂ ਅਤੇ ਉਹਨਾਂ ਨੇ ਆਪਣੀ ਹੀ ਲੜੀਆਂ, ਪਰ ਉਹਨਾਂ ਦੇ ਅਨੁਆਈ ਅਜੇ ਵੀ ਉਹਨਾਂ ਨੂੰ ਪੂਰੇ ਸਤਿਕਾਰ ਨਾਲ ਅਤੇ ਪੂਰੇ ਦ੍ਰਿੜ ਵਿਸ਼ਵਾਸ ਨਾਲ ਪੂਜਦੇ ਹਨ ਅਤੇ ਉਹਨਾਂ ਨੂੰ ਆਪਣੇ ਪੈਗੰਬਰ ਮੰਨਦੇ ਹਨ। ਪਰ ਜੋ ਸਿੱਖਾਂ ਦਾ ਹਾਲ ਹੈ ਉਹ ਜੋ ਹੁਣ ਬਿਆਨ ਕਰ ਰਹੇ ਆਪਾਂ ਉਹਦੇ 'ਤੇ ਹੀ ਵਿਚਾਰ ਕਰਾਂਗੇ।
ਸਿੱਖਾਂ ਦਾ ਹਾਲ ਕਹਿੰਦੇ ਸੁਣ ਲਓ, ਸਿੱਖ ਪੰਥ ਦਾ ਹਾਲ ਹੁਣ ਸੁਣੋ ਜਰਾ ਮਨ ਲਾਏ, ਆਪਣੇ ਦਸ ਗੁਰ ਪਰ ਹੈ ਨਿਸ਼ਚਾ ਇਨ ਕਿਸ ਨਾਏ। ਕਹਿੰਦੇ ਆਪਣੇ ਹੈ ਦਸਾਂ ਗੁਰੂਆਂ 'ਤੇ ਇਹਨਾਂ ਨੂੰ ਕੋਈ ਨਿਸ਼ਚਾ ਹੀ ਨਹੀਂ ਹੈ। ਚੌਪਈ। और मतन की बात उचारी होने आई सिंगन की बारी, इनके गुरुअन जो उपकारे, करे इनों पर दुख सहारे, उनको इन्होंने नहीं विचारा, सोवत निर्धन पैर पसारा, भये किरत घन जगत के माही, धर्म प्रीत इनको कछ नाही। धर्म नाल इन्हां नूं कोई प्रीत नहीं रही। हुण अगे वो लिख रहे हैं कि धन धन गुरु नानक पातशाह जी जो इस पंथ दे आद करता हैं, इस पंथ नूं सिख पंथ नूं धन धन गुरु नानक पातशाह जी ने जिहड़ा सिख मत आ, गुरु नानक दी मत आ, ये गुरु नानक पातशाह जी ने जो शुरू किया ਉਹਦੇ ਬਾਰੇ ਉਹ ਲਿਖ ਰਹੇ ਹਨ ਕਿ ਉਹਨਾਂ ਦੇ ਜੀਵਨ ਚਰਿੱਤਰ ਪੜ੍ਹਨੇ 'ਤੇ ਪ੍ਰਤੀਤ ਹੁੰਦਾ ਹੈ ਕਿ ਉਹਨਾਂ ਨੇ ਕਿਹੇ ਕਿਹੇ ਕਸ਼ਟ ਸਹਾਰ ਕੇ ਇਹਨਾਂ ਦੇ ਲਾਭ ਲਈ ਯਤਨ ਕੀਤੇ। ਦੇਖੋ ਉਹਨਾਂ ਨੂੰ ਲੋਕਾਂ ਨੇ ਕੁਰਾਈਆ ਵੀ ਕਿਹਾ, ਕੁਰਾਈਆ ਨਾਮ ਉਹਨਾਂ ਦਾ ਰੱਖਿਆ ਗਿਆ। ਐਮਨਾਬਾਦ ਵਿੱਚ ਮਲਕ ਭਾਗੋ ਤੋਂ ਵੀ ਮਲਕ ਭਾਗੋ ਨਾਲ ਵੀ ਉਹਨਾਂ ਦੀ ਨਾਰਾਜ਼ਗੀ ਹੋਈ। ਮਲਕ ਭਾਗੋ ਦੇ ਘਰ ਜਾ ਕੇ ਉਹਨਾਂ ਨੇ ਖਾਣਾ ਨਹੀਂ ਖਾਧਾ। ਭਾਈ ਲਾਲੋ ਜੀ ਦੇ ਘਰ ਠਹਿਰ ਕੇ ਉੱਥੇ ਉਹਨਾਂ ਨੇ ਪ੍ਰਸ਼ਾਦਾ ਛਕਿਆ ਅਤੇ ਵੈਰ ਲਿਆ ਮਲਕ ਭਾਗੋ ਨਾਲ, ਜੋ ਕਿ ਉਸ ਵੇਲੇ ਦਾ ਉੱਥੋਂ ਦਾ ਸ਼ਾਹੂਕਾਰ ਸੀ। ਪਾਣੀਪਤ ਦੇ ਕਰਨਾਲ ਵਿੱਚ ਅਤੇ ਇਬਰਾਹਿਮ ਲੋਧੀ ਪਾਸ 7 ਮਹੀਨੇ ਕੈਦ ਕੱਟੀ, ਚੱਕੀ ਪੀਸੀ। ਜਗਨਨਾਥ, ਬ੍ਰਹਮਾ, ਅਸਾਮ, ਸੰਗਲਾਦੀਪ, ਮੱਕਾ, ਮਦੀਨਾ, ਕਾਬਲ, ਕੰਧਾਰ ਅਤੇ ਤਿੱਬਤ ਆਦਿ ਦੇਸ਼ਾਂ ਵਿੱਚ ਕਿੱਥੋਂ ਤੱਕ ਉਹਨਾਂ ਨੇ ਘੁੰਮ ਕੇ ਇਸ ਮਤ ਦਾ ਪ੍ਰਚਾਰ ਕੀਤਾ। ਪਰ ਉਸ ਮਤ ਨੂੰ ਮੰਨਣ ਵਾਲੇ, ਉਸ ਮਤ ਦੇ ਠੇਕੇਦਾਰ ਜੋ ਅੱਜ ਬਣੇ ਬੈਠੇ ਸਿੱਖ ਆਪਣੇ ਆਪ ਨੂੰ ਸਿੱਖ ਧਰਮ ਨਾਲ ਸੰਬੰਧਿਤ ਘੁਮਾਉਂਦੇ ਆ, ਉਹ ਕਿੰਨਾ ਕੁ ਗੁਰੂ ਮਤ ਨੂੰ, ਗੁਰੂ ਨਾਨਕ ਦੇ ਮਤ ਨੂੰ ਆਪ ਮੰਨਦੇ ਹਨ, ਉਸ ਬਾਰੇ ਉਹ ਵਰਣਨ ਕਰ ਰਹੇ ਹਨ ਕਿ ਉਹਨਾਂ ਨੇ ਕਿੰਨੇ ਦੁੱਖ ਸਹਾਰ ਕੇ ਕਿੰਨਾ ਦੇ ਵਿਰੁੱਧ ਆਵਾਜ਼ ਉਠਾਈ ਉਹਨਾਂ ਨੇ। ਉਹ ਵੀ ਹਾਲ ਬਰਤਾਂਤ ਕਰ ਰਹੇ ਹਨ ਕਿ ਉਹਨਾਂ ਨੇ ਜਦੋਂ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੂੰ ਜਨੇਊ ਧਾਰਨ ਕਰਨ ਲਈ ਪ੍ਰੋਗਰਾਮ ਰੱਖਿਆ ਅਤੇ ਉਹਨਾਂ ਨੇ ਪੰਡਤ ਨੂੰ ਕੀ ਮੂੰਹ ਤੋੜ ਜਵਾਬ ਦਿੱਤਾ। ਉਹਨਾਂ ਨੇ ਕਿਹਾ ਵੀ ਇਹ ਜਨੇਊ ਮੈਂ ਨਹੀਂ ਪਾਉਣਾ, ਇਹ ਜਨੇਊ ਨਹੀਂ ਪਾਉਣਾ। ਜੇ ਤੇਰੇ ਕੋਲ ਜਨੇਊ ਹੈ ਤੂੰ ਮੇਰੇ ਮਤ ਅਨੁਸਾਰ ਜਨੇਊ ਤੂੰ ਬਣਾ ਕੇ ਲਿਆ। ਉਹ ਜਨੇਊ ਕਿਹੜਾ ਸੀ? ਉਹ ਸੀ ਦਇਆ ਕਪਾ ਸੰਤੋਖ ਸੂਤ, ਜਤ ਗੰਢੀ ਸਤ ਵੱਟ, ਇਹੋ ਜਨੇਊ ਜੀ ਕਾ ਹੈ ਤਾਂ ਭਾਂਡੇ ਘੱਤ, ਨਾ ਇਹੋ ਟੁੱਟੈ ਨਾ ਮਲ ਲੱਗੈ, ਨਾ ਇਹੋ ਜਲੈ ਨਾ ਜਾਏ, ਧਨ ਸੋ ਮਾਨਸ ਨਾਨਕਾ ਜੋ ਗਲ ਚੱਲੈ ਪਾਏ। ਗੁਰੂ ਗ੍ਰੰਥ ਸਾਹਿਬ ਦੇ ਪੰਨਾ 471 'ਤੇ ਇਹ ਬਾਣੀ ਦਰਜ ਹੈ ਗੁਰੂ ਨਾਨਕ ਪਾਤਸ਼ਾਹ ਦੀ। ਉਹਨਾਂ ਨੇ ਕਿਹਾ ਮੈਨੂੰ ਤਾਂ ਆਹ ਜਨੇਊ ਚਾਹੀਦਾ। ਫਿਰ ਉਹਨਾਂ ਨੇ ਨਾਏ ਮੰਨੀਏ ਪਤਿ ਉਪਜੇ ਸਾਲਾਹੀ ਸੱਚ ਸੂਤ, ਦਰਗਹਿ ਅੰਦਰ ਪਾਈਐ ਤੱਗ ਨਾ ਟੁੱਟ ਸਪੂਤ। ਉਹ ਜਨੇਊ ਚਾਹੀਦਾ ਜਿਹੜਾ ਦਰਗਾਹ ਤੱਕ ਨਾ ਟੁੱਟੇ। ਇਹ ਬਾਣੀ ਦੇ ਸਾਫ਼ ਅਰਥ ਜੋ ਆ, ਭਾਵ ਜਿਹੜਾ ਉਹ ਪ੍ਰਤੀਤ ਇਹ ਹੁੰਦਾ ਕਿ ਖਾਲਸਾ ਪੰਥ ਦੇ ਧਾਰਮਿਕ ਜੰਜੂ ਦਾ ਹਿੰਦੂ ਕੌਮ ਨੂੰ ਕਿਆ ਉਪਦੇਸ਼ ਕੀਤਾ ਅਤੇ ਜਿਸ 'ਤੇ ਉਹਨਾਂ ਦਾ ਤਾਤਪਰਜ ਇਸ ਖਾਲਸਾ ਧਰਮ ਰੂਪੀ ਸੱਤ ਮਤ ਦੇ ਪ੍ਰਚਾਰ ਲਈ ਸੀ ਕਿ ਪ੍ਰਗਟ ਹੋਵੇ, ਖਾਲਸਾ ਪ੍ਰਗਟ ਹੋਵੇ। ਫਿਰ ਉਹਨਾਂ ਨੇ ਇੱਕ ਅਕਾਲ ਪੁਰਖ ਦੇ ਅਰਾਧਨ ਤੋਂ ਛੁੱਟ ਹੋਰ ਕਿਸੇ ਜੜ ਪਦਾਰਥ ਦੀ ਪੂਜਾ ਕਰਨ ਦਾ ਉਪਦੇਸ਼ ਨਹੀਂ ਕੀਤਾ, ਜੈਸਾ ਕਿ ਉਹਨਾਂ ਦੇ
ਮੁਖਾਰਬਿੰਦ ਤੋਂ ਉਚਰੇ ਹੋਏ ਸ਼ਬਦ ਦੱਸਦੇ ਹਨ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਸਾਲ ਗ੍ਰਾਮ ਵਿਪੂਜ ਮਨਾਵੋ, ਸੋ ਕ੍ਰਿਤ ਤੁਲਸੀ ਮਾਲਾ, ਰਾਮ ਨਾਮ ਜਪ ਬੇੜਾ ਬਾਂਧੋ, ਦਇਆ ਕਰੋ ਦਇਆਲਾ, ਕਾਹੇ ਕਲਰਾ ਸਿੰਜੋ ਜਨਮ ਗਵਾਵੋ, ਕਾਚੀ ਢਹਿਗ ਦੀਵਾਲ, ਕਾਹੇ ਗਚ ਲਾਵਾ। ਪੰਨਾ 1171 'ਤੇ। ਫਿਰ ਉਹਨਾਂ ਨੇ ਸ਼ਬਦ ਉਚਾਰਿਆ, ਘਰ ਨਾਰਾਇਣ ਸਭਾ ਨਾਲ, ਪੂਜ ਕਰੇ ਰੱਖੇ ਨਾ ਵਾਲ, ਕੁੰਗੂ ਚੰਨਣ ਫੁੱਲ ਚੜਾਵੈ, ਪੈਰੀਂ ਪੈ ਪੈ ਬਹੁਤ ਮਨਾਵੈ, ਮਾਣੂਆਂ ਮੰਗ ਮੰਗ ਪਹਿਨੇ ਖਾਏ, ਅੰਧੀ ਕੰਮੀ ਅੰਧ ਸਜਾਏ, ਭੁੱਖਿਆਂ ਦੇ ਨਾ ਮਰਦਿਆਂ ਰੱਖੇ, ਅੰਧਾ ਝਗੜਾ ਅੰਧੀ ਸੱਤ ਹੈ 1240 ਅੰਗ ਦੇ। ਹੁਣ ਇਹ ਜਿਹੜੇ ਸ਼ਬਦ ਆ ਜੋ ਸਾਡੇ ਸਿੱਖ ਲੋਕ ਸਾਡੇ ਕਥਨ ਕੀਤੇ ਹੋਏ ਅਕਾਲ ਪੁਰਖ ਦੇ ਆਰਾਧਨ ਤੋਂ ਛੁੱਟ ਹੋਰ ਕਿਸੇ ਜੜ ਪਦਾਰਥ ਨੂੰ ਨਾ ਸੇਵਣ ਅਤੇ ਜੜ ਪਦਾਰਥ ਮੰਨਣ ਵਾਲਿਆਂ ਤੋਂ ਹੋਰ ਕੌਮਾਂ ਵਾਂਗ ਜੁਦੇ ਹੋ ਜਾਣ। ਇਹ ਕੌਮ ਇੱਕ ਵੱਖਰੀ ਕੌਮ ਆ, ਇਹ ਇਹਨਾਂ ਤਿੰਨਾਂ ਕੌਮਾਂ ਦੇ ਨਾਲ ਮੇਲ ਨਹੀਂ ਖਾਂਦੀ, ਇਹਨਾਂ ਦਾ ਸਿਧਾਂਤ ਵੱਖਰਾ। ਇਹ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਪਦੇਸ਼ ਦੇ ਕੇ ਸਿੱਖ ਕੌਮ ਨੂੰ ਦੀ ਨੀਂਹ ਰੱਖੀ। ਹੁਣ ਜਦੋਂ ਅਸੀਂ ਗੁਰੂ ਨਾਨਕ ਪਾਤਸ਼ਾਹ ਦੀਆਂ ਸਾਖੀਆਂ ਪੜ੍ਹਦੇ ਹਾਂ, ਉਹਨਾਂ ਨੇ ਕਿਸ ਕਿਸ ਤਰ੍ਹਾਂ ਸੰਸਾਰ ਵਿੱਚ ਆ ਕੇ ਅਤੇ ਇਸ ਲੋਕਾਈ ਦੇ ਉੱਤੇ ਭ੍ਰਮਣ ਕਰਕੇ ਅਤੇ ਲੋਕਾਂ ਨੂੰ ਕਿਸ ਤਰ੍ਹਾਂ ਇਹ ਜਿਹੜੀਆਂ ਪੁਰਾਣੀਆਂ ਰੀਤੀਆਂ ਚੱਲ ਰਹੀਆਂ ਸਨ, ਜੋ ਫੋਕਟ ਕਰਮ ਚੱਲ ਰਹੇ ਸਨ, ਕਿਸ ਤਰ੍ਹਾਂ ਨੇ ਉਪਦੇਸ਼ ਦਿੱਤਾ। ਆਪਾਂ ਉਹ ਸਾਖੀਆਂ ਵਿੱਚੋਂ ਪੜ੍ਹਦੇ ਹਾਂ ਕਿ ਜਦੋਂ ਉਹ ਹਰਿਦੁਆਰ ਗਏ, ਹਰਿਦੁਆਰ ਜਾ ਕੇ ਕੀ ਦੇਖਦੇ ਹਨ ਕਿ ਉੱਥੇ ਜੋ ਲੋਕਾਈ ਆ, ਉੱਥੇ ਜੋ ਲੋਕੀ ਸਨ, ਉਹ ਆਪਣੀ ਸ਼ਰਧਾ ਮੁਤਾਬਕ ਗੰਗਾ ਜਲ ਦੀਆਂ ਚੁਲੀਆਂ ਭਰ ਭਰ ਕੇ ਅਤੇ ਆਪਣੇ ਪਿੱਤਰਾਂ ਨੂੰ ਜਲ ਦਿੰਦੇ ਸਨ। ਜਦੋਂ ਗੁਰੂ ਜੀ ਨੇ ਪੁੱਛਿਆ ਬਈ ਤੁਸੀਂ ਇਹ ਕੀ ਕਰ ਰਹੇ ਹੋ, ਅਤੇ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਸਵਰਗਵਾਸੀ ਪਿੱਤਰਾਂ ਨੂੰ ਜਲ ਦੇ ਕੇ ਤ੍ਰਿਪਤ ਕਰਦੇ ਹਾਂ। ਇਸ ਗੱਲ 'ਤੇ ਗੁਰੂ ਸਾਹਿਬ ਨੇ ਆਪਣੇ ਪਿੰਡ ਕਰਤਾਰਪੁਰ ਵੱਲ ਮੁੱਖ ਕਰਕੇ ਦੋਨਾਂ ਹੱਥਾਂ ਨਾਲ ਪਾਣੀ ਸਿੰਜਣ ਲੱਗ ਪਏ। ਇਸ ਗੱਲ ਨੂੰ ਦੇਖ ਕੇ ਲੋਕ ਹੈਰਾਨ ਹੋ ਕੇ ਆਖਣ ਲੱਗੇ ਕਿ ਇਹ ਕੋਈ ਦੀਵਾਨਾ ਹੈ, ਔਰ ਪੁੱਛਣ ਲੱਗੇ ਕਿ ਸੰਤ ਜੀ ਇਹ ਕਿਆ ਕਰਦੇ ਹੋ। ਗੁਰੂ ਜੀ ਨੇ ਆਖਿਆ ਕਿ ਸਾਡੀ ਕਰਤਾਰਪੁਰ ਵਿੱਚ ਖੇਤੀ ਬੀਜੀ ਵੀ ਹੋਈ ਹੈ, ਉਹ ਪਾਣੀ ਖੁਣੋਂ ਸੁੱਕਦੀ ਜਾਂਦੀ ਹੈ, ਉਸ ਨੂੰ ਸਿੰਜਦੇ ਹਾਂ। ਇਸ ਬਾਤ ਪਰ ਸਾਰੇ ਇਹਨਾਂ ਉੱਪਰ ਹੱਸਣ ਲੱਗ ਪਏ ਕਿ ਭੋਲਿਆ, ਤੂੰ ਇੰਨਾ ਭੋਲਾ ਹੈ ਜੋ ਇਹ ਨਹੀਂ ਜਾਣਦਾ ਕਿ ਇਤਨੀ ਦੂਰ ਤੇਰਾ ਸਿੰਜਿਆ ਹੋਇਆ ਪਾਣੀ ਕਿਸ ਤਰ੍ਹਾਂ ਪਹੁੰਚ ਜਾਵੇਗਾ। ਇਸ 'ਤੇ ਗੁਰੂ ਜੀ ਨੇ ਹੱਸ ਕੇ ਉੱਤਰ ਦਿੱਤਾ, ਇਹ ਭਾਈ ਮੇਰੀ ਤਾਂ ਪੈਲੀ ਖੇਤੀ ਤਾਂ ਜ਼ਮੀਨ ਦੇ ਉੱਪਰ ਹੀ ਹੈ, ਧਰਤੀ ਉੱਪਰ ਹੀ ਹੈ, ਅਤੇ ਜੇ ਇਹ ਇੱਥੋਂ ਪਾਣੀ ਮੇਰੀ ਧਰਤੀ ਦੇ ਉੱਪਰ ਹੀ ਖੇਤੀ ਦੇ ਵਿੱਚ ਨਹੀਂ ਪਹੁੰਚ ਸਕੇਗਾ ਤਾਂ ਤੁਹਾਡੇ ਉਹਨਾਂ ਪਿੱਤਰਾਂ ਨੂੰ ਜੋ ਪ੍ਰਲੋਕ ਵਿੱਚ ਹਨ ਤਾਂ ਤੁਸਾਂ ਪਾਣੀ ਕਿਸ ਤਰ੍ਹਾਂ ਪਹੁੰਚੇਗਾ, ਇਹ ਤੁਹਾਡਾ ਪਾਣੀ ਕਿਸ ਤਰ੍ਹਾਂ ਉਹਨਾਂ ਦੇ ਪਹੁੰਚੇਗਾ। ਫਿਰ ਉਹਨਾਂ ਨੂੰ ਅਹਿਸਾਸ ਹੋਇਆ ਅਤੇ ਉਹਨਾਂ ਨੇ ਗੁਰੂ ਮਤ ਨੂੰ ਅੰਗੀਕਾਰ ਕਰਨ ਲਈ ਤਿਆਰ ਹੋ ਗਏ ਜੋ ਹਿੰਦੂ ਭਾਈ ਸਨ। ਇਸੇ ਪ੍ਰਕਾਰ ਉਹਨਾਂ ਨੇ ਕੁਰੂਕਸ਼ੇਤਰ ਵਿੱਚ ਜਦੋਂ ਸੂਰਜ ਗ੍ਰਹਿਣ ਲੱਗਿਆ ਹੋਇਆ ਸੀ, ਉੱਥੇ ਹਿੰਦੂ ਲੋਕਾਂ ਨੂੰ ਉਹਨਾਂ ਦੇ ਧਰਮ ਦੇ ਵਿੱਚ ਜੋ ਫੋਕਟ ਕਰਮ ਕੀਤੇ ਜਾ ਰਹੇ ਸਨ, ਪੰਡਤਾਂ ਨੂੰ ਸਮਝਾਉਣ ਦੇ ਲਈ ਉਹਨਾਂ ਨੇ ਉਸ ਤੀਰਥ ਸਥਾਨ 'ਤੇ ਜੋ ਲਿਖਤਾਂ ਮੁਤਾਬਕ ਹੈ, ਜੋ ਭਾਈ ਗਿਆਨੀ ਦਿੱਤ ਸਿੰਘ ਜੀ ਉਹਨਾਂ ਨੇ ਉਸ ਵੇਲੇ ਪੜ੍ਹਿਆ ਹੋਵੇਗਾ, ਉਹਨਾਂ ਨੇ ਲਿਖਿਆ ਹੈ ਕਿ ਉਹਨਾਂ ਨੇ
ਮਾਸ ਰਿੱਧਾ। ਜਦੋਂ ਮਾਸ ਰਿੱਧਾ ਤੇ ਉਹ ਪੰਡਤਾਂ ਨੇ ਜਦੋਂ ਦੇਖਿਆ ਕਿ ਇਹ ਤਾਂ ਗ੍ਰਹਿਣ ਦੇ ਵਿੱਚ ਮਾਸ ਰਿੰਨ ਕੇ ਬੈਠੇ ਹੋਏ ਹਨ, ਤੇ ਉਹਨਾਂ ਨੇ ਕਿਹਾ ਤੂੰ ਤਾਂ ਬਹੁਤ ਮਹਾਘੋਰ ਪਾਪੀ ਹੈ, ਮੂਰਖ ਹੈ, ਤੂੰ ਪਾਪੀ ਪੁਰਖ ਹੈ ਜੋ ਇਹ ਐਸੇ ਪਵਿੱਤਰ ਥਾਂ 'ਤੇ ਤੀਰਥ ਅਸਥਾਨ 'ਤੇ ਆ ਕੇ ਮਾਸ ਰਿੱਧਾ ਹੈ। ਫਿਰ ਉਹਨਾਂ ਨੇ ਉੱਥੇ ਸ਼ਬਦ ਉਚਾਰ ਕੇ ਉਹਨਾਂ ਨੂੰ ਇਸ ਭਰਮ ਵਹਿਮ ਤੋਂ ਨਿਵਰਤ ਕੀਤਾ। ਪਹਿਲਾਂ ਮਾਸੋਂ ਨਿਮਿਆ ਮਾਸੇ ਅੰਦਰ ਵਾਸ, ਜਿਉ ਪਾਏ ਮਾਸ ਮੋਹ ਮਿਲਿਆ, ਹੱਡ ਚੰਮ ਤਨ ਮਾਸ। ਮਾਸੋਂ ਬਾਹਰ ਕੱਢਿਆ ਅੰਮਾ ਮਾਸ ਗਰਾਸ, ਮੋਹ ਮਾਸੇ ਕਾ ਜੀ ਮਾਸੇ ਕੀ, ਮਾਸੇ ਅੰਦਰ ਸਾਸ। ਵੱਡਾ ਹੋਆ ਵਿਆਹਿਆ ਘਰ ਲੈ ਆਇਆ ਮਾਸ, ਮਾਸੋਂ ਹੀ ਮਾਸ ਉਪਜੇ, ਮਾਸੋਂ ਸਭੋ ਸਾਕ। ਸਤਿਗੁਰ ਮਿਲਿਆ ਹੁਕਮ ਬੂਝੀਏ, ਤਾਂ ਕੋ ਆਵੈ ਰਾਸ। ਆਪ ਛੁਟੇ ਨ ਛੂਟੀਏ, ਨਾਨਕ ਬਚਨ ਬਿਨਾਸ। ਮਹੱਲਾ ਪਹਿਲਾ। ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੈ। ਕੌਣ ਮਾਸ ਕੌਣ ਸਾਕ, ਕਹਾਵੈ ਕਿਸਮੈ ਪਾਪ ਸਮਾਣੈ। ਗੈਂਡਾ ਮਾਰ ਹੋਮ ਜਗ ਕੀਏ, ਦੇਵਤਿਆਂ ਕੀ ਬਾਣੇ। ਮਾਸ ਛੋੜ ਬੈਸ ਨਖ ਪਕੜੇ, ਰਾਤੀ ਮਾਨਸ ਖਾਣੇ। ਫੜ ਕਰ ਲੋਕਾਂ ਨੂੰ ਦਿਖਲਾਵੈ, ਗਿਆਨ ਧਿਆਨ ਨਹੀਂ ਸੂਝੈ। ਨਾਨਕ ਅੰਧੇ ਸਿਉ ਕਿਆ ਕਹੀਐ, ਕਹੇ ਨ ਕਹਿਆ ਬੂਝੈ। ਅੰਧਾ ਸੋਇਜੇ ਅੰਧ ਕਮਾਵੈ, ਤਿਸ ਹਿਰਦੇ ਸਿਲੋਚਨ ਨਾਹੀ। ਮਾਤ ਪਿਤਾ ਕੀ ਰਖਤ ਨਿਪੰਨੈ, ਮੱਛੀ ਮਾਸ ਨਾ ਖਾਹੀ। ਇਸਤਰੀ ਪੁਰਖੈ ਜਾਂ ਨਿਸ ਮੇਲਾ, ਉਥੈ ਮੰਦ ਕਮਾਹੀ। ਇਹ ਪੰਕਤੀ ਬੜੇ ਧਿਆਨ ਨਾਲ ਪੜ੍ਹਨ ਵਾਲੀ ਹੈ। ਮਾਤ ਪਿਤਾ ਕੀ ਰਖਤ ਨਿਪੰਨੈ, ਮੱਛੀ ਮਾਸ ਨਾ ਖਾਹੀ। ਇਸਤਰੀ ਪੁਰਖੈ ਜਾਂ ਨਿਸ ਮੇਲਾ, ਉਥੈ ਮੰਦ ਕਮਾਹੀ। ਮਾਸੋਂ ਨਿਮੈ ਮਾਸੋਂ ਜੰਮੈ, ਹਮ ਮਾਸੇ ਕੇ ਭਾਂਡੇ। ਗਿਆਨ ਧਿਆਨ ਕਛ ਸੂਝੈ ਨਾਹੀ, ਚਤਰ ਕਹਾਵੈ ਪਾਂਡੈ। ਬਾਹਰ ਕਾ ਮਾਸ ਮੰਦਾ ਸੁਆਮੀ, ਘਰ ਕਾ ਮਾਸ ਚੰਗੇਰਾ। ਜੀਅ ਜੰਤ ਸਭ ਮਾਸੋਂ ਹੋਏ, ਜੀਅ ਲਿਆ ਵਸੇਰਾ। ਭਖ ਭਖੈ ਭਖ ਤਜ ਛੋਡੇ, ਅੰਧ ਗੁਰੂ ਜਨ ਕੇਰਾ। ਮਾਸੋਂ ਨਿਮੈ ਮਾਸੋ ਜੰਮੈ, ਹਮ ਮਾਸੇ ਕੇ ਭਾਂਡੇ। ਗਿਆਨ ਧਿਆਨ ਕਛ ਸੂਝੈ ਨਾਹੀ, ਚਤਰ ਕਹਾਵੈ ਪਾਂਡੈ। ਮਾਸ ਪੁਰਾਣੀ ਮਾਸ ਕਤੇਬੀ, ਚੌਜੁਗ ਮਾਸ ਕਮਾਣਾ। ਜਜ ਕਾਜ ਵਿਆਹ ਸੁਹਾਵੈ, ਉਥੈ ਮਾਸ ਸਮਾਣਾ। ਇਸਤਰੀ ਪੁਰਖ ਨਿਪਜੈ ਮਾਸੋਂ, ਪਾਤਸ਼ਾਹ ਸੁਲਤਾਨਾ। ਜੋਏ ਦਿਸੇ ਨਰਕ ਜਾਂਦੇ, ਤਾਂ ਉਨਕਾ ਦਾਨ ਨਾ ਲੈਣਾ। ਦੇਂਦਾ ਨਰਕ ਸੁਰਗ ਲੈਂਦੇ, ਦੇਖੋ ਇਹ ਧਿਆਣਾ। ਆਪ ਨ ਬੂਝੇ ਲੋਕ ਬੁਝਾਏ, ਪਾਂਡੇ ਖਰਾ ਸਿਆਣਾ। ਪਾਂਡੇ ਤੂੰ ਜਾਣੇ ਹੀ ਨਾਹੀ, ਕਿੱਥੋਂ ਮਾਸ ਉਪੰਨਾ। ਤੋਇਓ ਅੰਨ ਕਮਾਦ ਕਪਾਹਾ, ਤੋਇਓ ਤ੍ਰੇ ਭਵਨ ਗੰਨਾ। ਤੋਆ ਆਖੈ ਹਉ ਬਿਦ ਅੱਛਾ, ਤੂਐ ਬਹੁਤ ਬਿਕਾਰਾ। ਏਤੇ ਰਸ ਛੋੜ ਹੋਵੇ ਸੰਨਿਆਸੀ, ਨਾਨਕ ਕਹੈ ਵਿਚਾਰਾ। ਅੰਗ 1299 ਤੋਂ 90 ਤੱਕ ਇਹ ਜੋ ਸ਼ਬਦ ਹੈ ਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਬਾਣੀ ਚਾਰ ਸਮਝਾਇਆ ਅਤੇ ਉਹਨਾਂ ਨੂੰ ਗਿਆਨ ਦੇ ਕੇ ਭਰਮਾਂ ਵਹਿਮਾਂ ਵਿੱਚੋਂ ਕੱਢ ਕੇ ਜੋ ਅਕਾਲ ਪੁਰਖ ਧੰਨ ਧੰਨ ਉਹ ਰੱਬੀ ਨੂਰ ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ, ਆਦਿ ਸੱਚ ਜੁਗਾਦ ਸੱਚ। ਨਾਨਕ ਹੋਸੀ ਵੀ ਸੱਚ, ਹੈ ਵੀ ਸੱਚ। ਨਾਨਕ ਹੋਸੀ ਵੀ ਸੱਚ, ਆਦਿ ਸੱਚ ਜੁਗਾਦ ਸੱਚ, ਹੈ ਵੀ ਸੱਚ। ਨਾਨਕ ਹੋਸੀ ਵੀ ਸੱਚ ਨਾਲ ਜੋੜਿਆ। ਉਹਨਾਂ ਨੂੰ ਇਹ ਸਮਝਾਇਆ
ਕਿ ਰਾਹੂ ਕੇਤੂ ਜਿਹੜਾ ਇਹ ਗ੍ਰਹਿਣ ਸੂਰਜ ਨੂੰ ਲੱਗਾ, ਜੋ ਗ੍ਰਹਿਣ ਨੂੰ ਸੂਰਜ ਨਾਲ ਕੇਤੂ ਰਾਕਸ਼ ਦੀ ਲੜਾਈ ਸਮਝ ਕੇ ਉਹਦੀ ਰੱਖਿਆ ਲਈ ਯਤਨ ਕਰਦੇ, ਉਹਨਾਂ ਨੇ ਉਹਨਾਂ ਨੂੰ ਸਮਝਾਇਆ ਕਿ ਇਹ ਜਿਹੜੇ ਤੁਹਾਡੇ ਕਰਮ ਕਾਂਡ ਆ ਇਹ ਵਿਅਰਥ ਹੋਣ। ਫਿਰ ਜਦੋਂ ਜੋਗੀਆਂ ਨੂੰ ਮਿਲੇ ਅਤੇ ਉੱਥੇ ਉਹਨਾਂ ਨੇ ਉਪਦੇਸ਼ ਜੋਗੀਆਂ ਨੂੰ ਦਿੱਤਾ, ਆਪਣੇ ਮੱਤ ਦੇ ਸੱਚੇ ਯੋਗ ਦਾ ਉਹਨਾਂ ਨੂੰ ਉਪਦੇਸ਼ ਦੇ ਕੇ ਸੱਚ ਦਾ ਰਸਤਾ ਦੱਸ ਕੇ ਉਹਨਾਂ ਨੂੰ ਕਿਸ ਤਰ੍ਹਾਂ ਭਗਤੀ ਬੰਦਗੀ ਕਰਨੀ ਆ ਉਹ ਸਮਝਾਇਆ। ਸੂਹੀ ਮਹੱਲਾ ਪਹਿਲਾ ਘਰ ਸਤਵਾਂ। ਜੋਗ ਨਾ ਖਿੰਤਾ ਜੋਗ ਨਾ ਡੰਡਾ, ਜੋਗ ਨਾ ਭਸਮ ਚੜਾਈਐ, ਜੋਗ ਨਾ ਮੁੰਦੀ ਮੂੰਡ ਮੜਾਈਐ, ਜੋਗ ਨਾ ਸਿੰਘੀ ਵਾਈਐ, ਅੰਜਨ ਮਾਹੇ ਨਰੰਜਨ ਰਹੀਐ, ਜੋਗ ਜੁਗ ਤਿਵ ਪਾਈਐ, ਗਲਣੀ ਜੋਗ ਨਾ ਹੋਈ, ਏਕ ਦ੍ਰਿਸ਼ਟ ਕਰ ਸੰਸਰ ਜਾਣੈ, ਜੋਗੀ ਕਹੀਐ ਸੋਈ। ਰਹਾਓ। ਜੋਗ ਨਾ ਬਾਹਰ ਮੜੀ ਮਸਾਣੀ, ਜੋਗ ਨਾ ਤਾੜੀ ਲਾਈਐ, ਜੋਗ ਨਾ ਦੇਸ ਸੰਤਰ ਭਵਿਐ, ਜੋਗ ਨਾ ਤੀਰਥ ਨਾਈਐ, ਅੰਜਨ ਮਾਹੇ ਨਰੰਜਨ ਰਹੀਐ, ਜੋਗ ਜੁਗ ਤਿਵ ਪਾਈਐ, ਸਤਿਗੁਰ ਭੇਟੇ ਤਾਂ ਸਹਿਸਾ ਟੂਟੈ, ਧਾਵਤ ਵਰਜ ਰਹਾਈਐ, ਨੇ ਝਰੈ ਸਹਿਜ ਧੁਨ ਲਾਗੈ, ਘਰ ਹੀ ਪਰਚਾ ਪਾਈਐ, ਅੰਜਨ ਮਾਹੇ ਨਰੰਜਨ ਰਹੀਐ, ਜੋਗ ਜੁਗ ਤਿਵ ਪਾਈਐ। ਨਾਨਕ ਜੀਵਤਿਆਂ ਮਰ ਰਹੀਐ, ਐਸਾ ਜੋਗ ਕਮਾਈਐ, ਵਾਜੈ ਬਾਜੋਂ ਸਿੰਘੀ ਵਾਜੈ, ਤਉ ਨਿਰਭਉ ਪਦ ਪਾਈਐ, ਅੰਜਨ ਮਾਹੇ ਨਰੰਜਨ ਰਹੀਐ, ਜੋਗ ਜੁਗ ਤਉ ਪਾਈਐ। ਅੰਗ 730 ਜਾਪੀ ਸਾਹਿਬ ਵਿੱਚ ਵੀ ਉਹਨਾਂ ਨੇ ਮੁੰਦਾ ਸੰਤੋਖ ਸ਼ਰਮ ਪਾ ਝੋਲੀ, ਧਿਆਨ ਕੀ ਕਰੇ ਵਿਭੂਤ, ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ ਸੇ ਆਦੇਸ, ਆਦ ਅਨੀਲ ਅਨਾਦ ਅਨਾਥ, ਜੁਗ ਜੁਗ ਇੱਕੋ ਵੀਰ। ਜੋਗੀਆਂ ਨੂੰ ਸਮਝਾਇਆ, ਉਹਨਾਂ ਦੇ ਕਲਪਤ ਯੋਗ ਦਾ ਖੰਡਨ ਕੀਤਾ ਅਤੇ ਸੱਚੇ ਯੋਗ ਦਾ ਉਪਦੇਸ਼ ਉਹਨਾਂ ਨੂੰ ਦੇ ਕੇ ਕਿ ਜੋ ਤੁਸੀਂ ਖਿੰਥਾ ਡੰਡਾ ਭਸਮ ਲਗਾ ਕੇ ਫਿਰਦੇ ਹੋ, ਨਾਮ ਦਾ ਜੋਗ ਕਮਾ ਰਹੇ ਹੋ, ਆਪਣਾ ਨਾ ਮੂੰਡ ਮੁੜਾ ਕੇ ਸਿੰਘੀ ਵਜਾਉਣ ਜਾਂ ਤਾੜੀ ਲਾਉਣ 'ਤੇ ਯੋਗ ਹੁੰਦਾ, ਇਹਨਾਂ ਗੱਲਾਂ ਨਾਲ ਯੋਗ ਨਹੀਂ ਹੁੰਦਾ। ਅੰਜਣ ਜੋ ਮਾਇਆ ਹੈ ਉਸ ਦੇ ਵਿੱਚ ਰਹਿ ਕੇ ਹੀ, ਅੰਜਣ ਜੋ ਮਾਇਆ ਹੈ ਉਸ ਦੇ ਵਿੱਚ ਹੀ ਰਹਿ ਕੇ ਨਿਰਲੇਪ ਰਹਿਣੇ ਦਾ ਨਾਮ ਯੋਗ ਹੈ। ਤਾਂ ਤੇ ਤੁਸੀਂ ਉਸ ਯੋਗ ਨੂੰ ਧਾਰਨ ਕਰੋ। ਇਸ ਪ੍ਰਕਾਰ ਦੀਆਂ ਮੁੰਦਰਾਂ ਝੋਲੀ ਵਿਭੂਤ ਨੂੰ ਧਾਰੋ, ਜਿਸ ਦੇ ਧਾਰਨ ਕਰਨੇ 'ਤੇ ਤੁਹਾਡਾ ਅਕਾਲ ਪੁਰਖ ਨਾਲ ਯੋਗ ਅਰਥਾਤ ਮਿਲਾਪ ਹੋਵੇ ਅਤੇ ਸੱਚੇ ਯੋਗੀ ਕਹਿਲਾਵੋ। ਇਸ ਉਪਦੇਸ਼ ਤੋਂ ਸਿੱਧ ਹੁੰਦਾ ਕਿ ਗੁਰੂ ਜੀ ਨੇ ਯੋਗੀਆਂ ਨੂੰ ਹੀ ਆਪਣੇ ਉਪਦੇਸ਼ ਦੁਆਰਾ ਇਹੋ ਕਥਨ ਕੀਤਾ ਕਿ ਪੁਰਾਣੇ ਕਲਪਤ ਯੋਗ ਨੂੰ ਛੱਡ ਕੇ ਤੁਸੀਂ ਇਸ ਸਾਡੇ ਸੱਚੇ ਖਾਲਸਾ ਧਰਮ ਦੇ ਯੋਗ ਨੂੰ ਧਾਰਨ ਕਰੋ, ਜਿਸ ਵਿੱਚ ਕੰਨ ਪੜਾਉਣ, ਖਿੰਥਾ ਪਹਿਰਨ, ਝੋਲੀ ਹੱਥ ਲੈ ਕੇ ਦਾਦਰ ਮੰਗਣ ਦੀ ਕੋਈ ਲੋੜ ਨਹੀਂ ਹੈ। ਇਸੀ ਪ੍ਰਕਾਰ ਜਦ ਜੋਗੀਆਂ ਨੇ ਗੁਰੂ ਜੀ ਨੂੰ ਸ਼ਰਾਬ ਪੀਣ ਲਈ ਆਖਿਆ ਅਤੇ ਕਥਨ ਕੀਤਾ ਕਿ ਅੰਮ੍ਰਿਤ ਹੈ, ਇਸ ਦੇ ਪੀਣੇ 'ਤੇ ਚਿੱਤ ਇਕਾਗਰ ਹੋ ਕੇ ਤਾਂ ਬ੍ਰਹਮ ਵਿੱਚ ਲੱਗ ਜਾਂਦਾ ਹੈ, ਤਦ ਗੁਰੂ ਜੀ ਨੇ ਇਹ ਨਹੀਂ ਸਮਝਿਆ। ਸਾਧੂ ਲੋਕ ਧਰਮ ਦਾ ਉਪਦੇਸ਼ ਕਰਦੇ ਹਨ ਜਿਸ ਤੋਂ ਮੰਨ ਲੈਣਾ ਚਾਹੀਏ, ਕਿੰਤੂ ਉਸ ਪਰ ਵੀ ਗੁਰੂ ਜੀ ਨੇ ਖਿਆਲ ਕਰਕੇ ਕਿ ਇਹ ਬਾਹਰਮੁਖੀ ਪਦਾਰਥਾਂ ਵਿੱਚ ਲੰਪਟ ਹੋ ਕੇ ਆਪਣੇ ਜੀਵਨ ਦਾ ਨਾਸ਼ ਕਰ ਰਹੇ ਹਨ, ਉਹਨਾਂ ਫਿਰ ਜੋ ਉਪਦੇਸ਼ ਦਿੱਤਾ ਉਹ ਬਾਣੀ ਵਿੱਚ ਦਰਜ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਆਸਾ ਮਹੱਲਾ ਪਹਿਲਾ। ਗੁੜ ਕਰ ਗਿਆਨ ਧਿਆਨ ਕਰ ਧਾਵੈ, ਕਰ ਕਰਣੀ ਕਸ ਪਾਈਐ, ਭਾਠੀ ਭਵਨ ਪ੍ਰੇਮ ਕਾ ਪੋਚਾ, ਇਤਰਾ ਸਮਿਓ ਚੁਆਈਐ। ਬਾਬਾ ਮਨ ਮਤ ਵਾਰੋ ਨਾਮ ਰਸ ਪੀਵੈ, ਸਹਿਜ ਰੰਗ ਰਚ ਰਿਹਾ, ਅਹਨਸ ਬਣੀ ਪ੍ਰੇਮ ਲਿਵ ਲਾਗੀ, ਸ਼ਬਦ ਅਨਾਹਦ ਕਹਿਆ ਰਾਉ।
ਪੂਜਾ ਪੂਰਾ ਸਾਚ ਪਿਆਲਾ ਸਹਿਜੇ, ਤਿਸੇ ਪਿਆਏ ਜਾਂ ਕਉ ਨਦਰ ਕਰੇ। ਅੰਮ੍ਰਿਤ ਕਾਵਾ ਪਾਰੀ ਹੋਵੇ, ਕਿਆ ਮਦ ਛੂਛੇ ਭਾਉ ਧਰੇ। ਅੰਗ 360। ਇਸ ਸ਼ਬਦ ਵਿੱਚ ਗੁਰੂ ਜੀ ਨੇ ਯੋਗੀਆਂ ਨੂੰ ਸੱਚੀ ਸ਼ਰਾਬ ਦੇ ਪੀਣ ਦੇ ਉਪਦੇਸ਼ ਦਿੱਤਾ। ਉਹਨਾਂ ਨੂੰ ਸਮਝਾਇਆ ਕਿ ਜੇ ਅੰਮ੍ਰਿਤ ਹੋਣਾ ਨਾ ਤੇ ਉਹਦੇ ਪਰਮਾਤਮਾ ਦੇ ਨਾਮ ਦਾ ਅਮਲ ਧਾਰਨ ਕਰ, ਤਾਂ ਜੋ ਮੁਕਤ ਤੇ ਵਿਕੁੰਠ ਉਹ ਪਰਮਾਤਮਾ ਦਾ ਨਾਮ ਹੀ ਕਰਨ ਵਾਲਾ ਹੈ। ਜਦ ਤੁਸੀਂ ਇਹ ਸੱਚੇ ਅੰਮ੍ਰਿਤ ਦੇ ਵਪਾਰੀ ਹੋ ਜਾਓਗੇ, ਇਹ ਸੱਚਾ ਅੰਮ੍ਰਿਤ ਪੀਓਗੇ, ਉਸ ਪਰਮਾਤਮਾ ਦੇ ਨਾਮ ਦਾ ਅੰਮ੍ਰਿਤ ਪੀਓਗੇ, ਫਿਰ ਤਦ ਜਾਣੋਗੇ ਕਿ ਜੋ 6 ਮੱਧ ਨੇ ਤੁਹਾਡਾ ਕੀ ਸਵਾਰਨਾ ਹੈ। ਇੱਥੇ ਤੁਸੀਂ ਦੇਖ ਸਕਦੇ ਹੋ ਗੁਰੂ ਜੀ ਨੇ ਸੱਚੀ ਸ਼ਰਾਬ ਦਾ ਵੀ ਯੋਗੀਆਂ ਨੂੰ ਉਪਦੇਸ਼ ਕੀਤਾ। ਫਿਰ ਉਹਨਾਂ ਨੇ ਮੁਸਲਮਾਨਾਂ ਨੂੰ ਉਪਦੇਸ਼ ਕੀਤਾ, ਉਹਨਾਂ ਨੂੰ ਸੱਚ ਦਾ ਉਪਦੇਸ਼ ਕੀਤਾ ਜੋ ਹੋਰਨਾਂ ਨੂੰ ਕੀਤਾ ਕਿ ਤੁਸੀਂ ਪੱਕੇ ਮੁਸਲਮਾਨ ਤਾਂ ਹੀ ਹੋ ਸਕਦੇ ਹੋ ਜੇ ਇਸ ਤਰ੍ਹਾਂ ਦੀ ਨਮਾਜ਼ ਪੜ੍ਹੋਗੇ ਅਤੇ ਅਜਿਹੀ ਮਸੀਤ ਅਤੇ ਮੁਸੱਲਾ ਬਣਾਓਗੇ ਜੈਸਾ ਕਿ ਗੁਰੂ ਜੀ ਨੇ ਬਾਣੀ ਵਿੱਚ ਦਰਜ ਹੈ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਉਹਨਾਂ ਨੇ ਬਾਣੀ ਉਚਾਰ ਕੇ ਉਹਨਾਂ ਨੂੰ ਉਪਦੇਸ਼ ਦਿੱਤਾ। ਸ਼ਲੋਕ ਮਹੱਲਾ ਪਹਿਲਾ। ਮਿਹਰ ਮਸੀਤ ਸਿਦਕ ਮੁਸੱਲਾ, ਹੱਕ ਹਲਾਲ ਕੁਰਾਨ। ਸਰਮ ਸੁਨਤ ਸੀਲ ਰੋਜਾ, ਹੋ ਮੁਸਲਮਾਨ। ਮਿਹਰ ਮਸੀਤ ਸਿਦਕ ਮੁਸੱਲਾ, ਹੱਕ ਹਲਾਲ ਕੁਰਾਨ। ਸਰਮ ਸੁਨਤ ਸੀਲ ਰੋਜਾ, ਹੋ ਮੁਸਲਮਾਨ। ਕਰਣੀ ਕਾਬਾ ਸੱਚ ਪੀਰ, ਕਲਮਾ ਕਰਮ ਨਿਵਾਜ। ਤਸਬੀ ਸਾ ਤਿਸ ਭਾਵ ਸੀ, ਨਾਨਕ ਰੱਖੇ ਲਾਜ। ਮਹੱਲਾ ਪਹਿਲਾ। ਹੱਕ ਪਰਾਇਆ ਨਾਨਕਾ, ਉਸ ਸੂਰਸ ਗਾਏ। ਗੁਰ ਪੀਰ ਹਾਮਾ ਤਾਂ ਭਰੇ, ਜਾਂ ਮੁਰਦਾਰ ਨਾ ਖਾਏ। ਗਲੀ ਭਿਸ ਨਾ ਜਾਈਐ, ਛੁੱਟੈ ਸੱਚ ਕਮਾਏ। ਮਾਰਨ ਪਾਏ ਹਰਾਮ ਮੈਂ ਹੋਏ, ਮਾਰਨ ਪਾਏ ਹਰਾਮ ਮੈਂ ਹੋਏ। ਹਲਾਲ ਨਾ ਜਾਏ, ਨਾਨਕ ਕੱਲੀ ਕੂੜਈ, ਕੂੜੋ ਪੱਲੇ ਪਾਏ। ਮਾਰਨ ਪਾਏ ਹਰਾਮ ਮੈਂ ਹੋਏ, ਹਲਾਲ ਨਾ ਜਾਏ। ਨਾਨਕ ਕੱਲੀ ਕੂੜਈ, ਕੂੜੋ ਪੱਲੇ ਪਾਏ। ਮਹੱਲਾ ਪਹਿਲਾ। ਪੰਜ ਨਿਵਾਜਾ ਵਕਤ, ਪੰਜ ਪੰਜਾ ਪੰਜੇ ਨਾਉ। ਪਹਿਲਾ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ। ਚੌਥੀ ਨੀਅਰ ਰਾਸ ਮਨ, ਪੰਜਵੀਂ ਸਿਫਤ ਸੁਨਾਏ। ਕਰਨੀ ਕਲਮਾ ਆਖ ਕਹਿ, ਤਾਂ ਮੁਸਲਮਾਨ ਸਦਾਏ। ਨਾਨਕ ਜੀਤੇ ਕੂੜਿਆਰ, ਕੂੜੇ ਕੂੜੀ ਪਾਏ। ਇਹ ਸ਼ਬਦ ਗੁਰੂ ਜੀ ਨੇ ਮੁਸਲਮਾਨਾਂ ਨੂੰ ਖਾਲਸਾ ਧਰਮ ਦੇ ਸੱਚੇ ਇਮਾਨਦਾਰ ਮੋਮਨ ਹੋਣ ਦਾ ਉਪਦੇਸ਼ ਕੀਤਾ ਅਤੇ ਦੱਸਿਆ ਕਿ ਇਸ ਪ੍ਰਕਾਰ ਦੀ ਮਸੀਤ ਅਤੇ ਮੁਸੱਲਾ ਬਣਾ ਕੇ, ਇਸ ਪ੍ਰਕਾਰ ਦੀ ਨਮਾਜ਼ ਪੜ੍ਹ ਕੇ ਸੱਚੇ ਮੁਸਲਮਾਨ ਹੋ। ਇਸ ਉਪਦੇਸ਼ ਨੂੰ ਸੁਣ ਕੇ ਉਹਨਾਂ ਨੇ ਗੁਰੂ ਜੀ ਅੱਗੇ ਇੱਕ ਟੁਚੜ ਡਾਈ ਕਿ ਕਿਆਮਤ ਨੂੰ ਹਿੰਦੂ ਨਰਕ ਵੱਲ ਭੇਜੇ ਜਾਣਗੇ ਅਤੇ ਮੁਸਲਮਾਨ ਸਭ ਦੇ ਸਭ ਬਹਿਸ਼ਤ ਵਿੱਚ ਜਾਣਗੇ, ਕਿਉਂਕਿ ਹਿੰਦੂ ਅੱਗ ਨਾਲ ਜਲਾਏ ਜਾਂਦੇ ਹਨ ਅਤੇ ਮੁਸਲਮਾਨ ਕਬਰ ਵਿੱਚ ਦਫਨਾਏ ਜਾਂਦੇ ਹਨ। ਕਿਆਮਤ ਦੇ ਦਿਨ ਜਦੋਂ ਅਜ਼ਰਾਈਲ ਫਰਿਸ਼ਤਾ ਆਪਣਾ ਰਣ ਸਿੰਘਾ ਵਜਾਏਗਾ, ਤਦ ਮੁਸਲਮਾਨ ਤਾਂ ਉਸੀ ਤਰ੍ਹਾਂ ਆਪੋ ਆਪਣੇ ਸਰੀਰ ਲੈ ਕੇ ਉੱਠ ਖੜਨਗੇ ਔਰ ਖੁਦਾ ਦੇ ਸਾਹਮਣੇ ਜਾਣਗੇ, ਜਿਨ੍ਹਾਂ ਦੀ ਹਜ਼ਰਤ ਮੁਹੰਮਦ ਸਾਹਿਬ ਸਿਫਾਰਿਸ਼ ਕਰਨਗੇ, ਜਿਸ 'ਤੇ ਉਹਨਾਂ ਨੂੰ ਬਹਿਸ਼ਤ ਮਿਲੇਗਾ। ਦੂਸਰੇ ਹਿੰਦੂ ਜੋ ਪਹਿਲੇ ਹੀ ਜਲ ਕੇ ਸਵਾਹ ਹੋ ਚੁੱਕੇ ਹਨ, ਤਦ ਉਹਨਾਂ ਦੇ ਰੂਹ ਖਾਲੀ ਭਟਕਦੇ ਫਿਰਨਗੇ, ਜਿਨ੍ਹਾਂ ਨੂੰ ਖੁਦਾ ਨਰਕ ਵਿੱਚ ਭੇਜ ਦੇਵੇਗਾ। ਇਸ ਵਾਸਤੇ ਫਿਰ ਜੋ ਉਹਨਾਂ ਨੇ ਉਹਨਾਂ ਨੂੰ ਜਵਾਬ ਦਿੱਤਾ, ਉਹ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਦਰਜ ਹੈ। ਗੁਰੂ ਜੀ ਨੇ ਉਹਨਾਂ ਦੀ ਇਸ ਬਾਤ ਨੂੰ ਸੁਣ ਕੇ ਇਹ ਉਪਦੇਸ਼ ਕੀਤਾ। ਆਸਾ ਦੀ ਵਾਰ। ਸ਼ਲੋਕ ਮਹੱਲਾ ਪਹਿਲਾ। ਮਿੱਟੀ ਮੁਸਲਮਾਨ ਕੀ ਪੀੜੇ ਪਈ ਘੁਮਿਆਰ, ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ। ਜਲ ਜਲ ਰੋਵੇ ਬਪੜੀ, ਝੜ ਝੜ ਪਵੇ ਅੰਗਿਆਰ। ਨਾਨਕ ਜਿਨ ਕਰਤੈ ਕਾਰਨ ਕੀਆ, ਸੋ ਜਾਣੇ ਕਰਤਾਰ। ਇਸ ਸ਼ਬਦ ਵਿੱਚ ਮੁਸਲਮਾਨਾਂ ਲਈ ਇਹ ਸਿੱਖਿਆ ਕੀਤੀ ਕਿ ਤੁਸੀਂ ਇਹ ਖਿਆਲ ਨਾ ਕਰੋ ਕਿ
ਜਿਸ ਨੂੰ ਜਲਾਇਆ ਜਾਂਦਾ ਹੈ ਸੋ ਨਰਕ ਦਾ ਅਧਿਕਾਰੀ ਹੁੰਦਾ ਹੈ ਅਤੇ ਦਫਨ ਕੀਤਾ ਹੋਇਆ ਬਹਿਸ਼ਤ ਵਿੱਚ ਜਾਂਦਾ ਹੈ। ਕਿੰਤੂ ਇਸ ਗੱਲ ਦੀ ਕਿਸੇ ਮਨੁੱਖ ਮਾਤਰ ਨੂੰ ਖਬਰ ਨਹੀਂ ਕਿ ਅੱਗੇ ਕੀ ਹੋਵੇਗਾ। ਇਹ ਬਾਤ ਉਹ ਅਕਾਲ ਪੁਰਖ ਜਾਣਦਾ ਹੈ ਜਿਸ ਨੇ ਸਾਰੀ ਸ੍ਰਿਸ਼ਟੀ ਨੂੰ ਸਾਜਿਆ ਹੈ। ਉਸ ਦੇ ਬਿਨਾਂ ਜੋ ਜਾਣਨ ਦਾ ਦਾਅਵਾ ਕਰਦਾ ਹੈ ਉਹ ਗੱਪ ਮਾਰਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹਿੰਦੂ ਅਤੇ ਮੁਸਲਮਾਨਾਂ ਵਿੱਚੋਂ ਕਿਸੇ ਨਾਲ ਰਾਗ ਅਤੇ ਦਵੈਤ ਨਹੀਂ ਕੀਤਾ ਅਤੇ ਨਾ ਇਹ ਆਖਿਆ ਕਿ ਇਹਨਾਂ ਵਿੱਚੋਂ ਫਲਾਣਾ ਸੱਚਾ ਹੈ ਜਾਂ ਫਲਾਣਾ ਝੂਠ ਹੈ, ਕਿਉਂਕਿ ਜਾਣਦੇ ਸੇ ਕਿ ਇਹ ਦੋਨੋਂ ਫਿਰਕੇ ਆਪਸ ਵਿੱਚ ਅਗਿਆਨ ਕਰਕੇ ਭੇਦ ਸਮਝਦੇ ਹਨ ਅਤੇ ਇਹ ਦੋਨੋਂ ਝੂਠੇ ਹਨ। ਅਤੇ ਤੀਸਰਾ ਪੰਥ ਜੋ ਇਹਨਾਂ 'ਤੇ ਨਿਆਰਾ ਕੇਵਲ ਅਕਾਲ ਪੁਰਖ ਵੱਲੋਂ ਹੈ ਸੋ ਹੀ ਸੱਚਾ ਹੈ। ਜੈਸਾ ਹੈ ਕਿ ਪਾਕਪਟਨ ਵਿੱਚ ਗੁਰੂ ਜੀ ਨੇ ਸ਼ੇਖ ਫਰੀਦ ਦੇ ਸੇਵਕ ਨੂੰ ਉਪਦੇਸ਼ ਕੀਤਾ ਸੀ ਜਦ ਉਸਨੇ ਇਹ ਆਖਿਆ ਕਿ ਇੱਕ ਸਾਹਿਬ ਤੇ ਦੋਈ ਹੱਦੀ, ਕਿਹੜਾ ਸੇਵੀ ਕਿਹੜਾ ਰੱਦੀ। ਜਿਸ ਦਾ ਗੁਰੂ ਜੀ ਨੇ ਇਹ ਉੱਤਰ ਦਿੱਤਾ ਕਿ ਇੱਕੋ ਸਾਹਿਬ ਇੱਕੋ ਹੱਦ ਇੱਕੋ ਸੇਵੀ ਦੂਜਾ ਰੱਦ। ਇਸ 'ਤੇ ਸਾਫ਼ ਪ੍ਰਗਟ ਹੁੰਦਾ ਹੈ ਕਿ ਹਿੰਦੂ ਅਤੇ ਮੁਸਲਮਾਨਾਂ ਜੋ ਆਦਮੀਆਂ ਦੇ ਚਿੱਤਾਂ ਵਿੱਚ ਧੱਸਿਆ ਹੋਇਆ ਹੈ ਸੋ ਰੱਦ ਹੋਣੇ ਦੇ ਯੋਗ ਹੈ ਅਤੇ ਅਸਲ ਵਿੱਚ ਇਹਨਾਂ ਦੋਨਾਂ 'ਤੇ ਨਿਆਰਾ ਪੰਥ ਜੋ ਇੱਕ ਨੂੰ ਹੀ ਮੰਨਣ ਵਾਲਾ ਹੈ ਸੋ ਹੀ ਸੱਚਾ ਹੈ, ਕਿਉਂਕਿ ਇੱਕੋ ਦਾ ਹੀ ਪਸਾਰਾ ਹੈ, ਇੱਕੋ ਹੀ ਉਹ ਅਕਾਲ ਪੁਰਖ ਹੈ, ਕਰਤਾ ਪੁਰਖ ਹੈ, ਇੱਕ ਓਅੰਕਾਰ ਹੈ, ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਉਪਦੇਸ਼ ਗੁਰੂ ਜੀ ਦੇ ਦੱਸੇ ਹੋਏ ਜੋ ਉਸ ਵੇਲੇ ਦੇ ਹਾਲਾਤ ਸਨ। ਇਹ 1893 ਈਸਵੀ ਵਿੱਚ ਉਹਨਾਂ ਨੇ ਆਵਾਜ਼ ਬੁਲੰਦ ਕਰਕੇ ਅਤੇ ਲੋਕਾਈ ਦੀ ਭਲਾਈ ਲਈ ਇਤਿਹਾਸ ਗੁਰੂ ਪਾਤਸ਼ਾਹ ਦੀਆਂ ਸੇਧਾਂ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਔਰ ਬੜੀ ਦਲੇਰੀ ਨਾਲ ਇਸ ਨੂੰ ਇਤਿਹਾਸ ਰਚ ਕੇ ਉਪਦੇਸ਼ ਦੇ ਕੇ ਪ੍ਰਚਾਰ ਕਰਕੇ ਟੁੱਟਿਆਂ ਹੋਇਆਂ ਨੂੰ ਫਿਰ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ। ਇਸ ਤੋਂ ਅੱਗੇ ਜੋ ਉਹਨਾਂ ਦੀ ਇਸ ਪੁਸਤਕ ਵਿੱਚ ਲਿਖਿਆ ਹੈ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ। ਵੀਡੀਓ ਲੰਬੀ ਹੋ ਜਾਵੇਗੀ। ਹੁਣ ਇੱਕ ਪੰਕਤੀ ਆਖਰੀ 'ਤੇ ਜੋ ਗੁਰੂ ਸਾਹਿਬ ਨੇ ਕਹੀ, ਹਿੰਦੂ ਕਹਾਂ ਜੇ ਮਾਰੀਏ ਮੁਸਲਮਾਨ ਵੀ ਨਾ ਹੈ, ਪੰਚ ਤੱਤ ਕਾ ਪੁਤਲਾ खेलै गैबी माह। हिंदू कहाँ जे मारिए मुसलमान भी ना है, पंच तत्त का पुतला खेलै गैबी माह। ये उपदेश जो गुरु साहब ने दिते आ कि सारा कुछ नाश होने बनते आ, वो अकाल पुरख जो अकाल आ जिस ਦਾ ਅਕਾਲ ਮੂਰਤ ਇਹਦੀ ਕੋਈ ਮੂਰਤ ਨਹੀਂ, ਅਜੂਨੀ ਜਿਹੜਾ ਜੰਮਣ ਮਰਨ ਵਿੱਚ ਨਹੀਂ ਆਉਂਦਾ, ਉਸ ਅਕਾਲ ਪੁਰਖ ਦੀ ਉਸਤਤ ਕਰਨੀ ਹੀ ਸਭ ਤੋਂ ਵੱਡਾ ਧਰਮ ਆ। ਉਹੀ ਸਾਰਿਆਂ ਦਾ ਪਾਲਣਹਾਰਾ ਪੈਦਾ ਕਰਨ ਵਾਲਾ ਅਤੇ ਉਹੀ ਇਹ ਚੋਜ ਤਮਾਸ਼ੇ ਖੇਲ ਤਮਾਸ਼ੇ ਉਸੇ ਦੇ ਹਨ। ਸੋ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਹੋਰ ਵਿਚਾਰ ਲੈ ਕੇ ਹਾਜ਼ਰ ਹੋਣਗੇ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।